ਜੇਕਰ ਕਹੀਏ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਉਹ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਕਦੇ ਇਹਨਾਂ ਨੂੰ ਆਪਣੀ ਫਸਲ ਦਾ ਸਹੀ ਰੇਟ ਨਹੀਂ ਮਿਲਦਾ ਤੇ ਕਦੇ ਮੌਸਮ ਦੇ ਕਾਰਨ ਇਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਤੇ ਇਹੀ ਘਾਟੇ ਨੂੰ ਪੂਰਾ ਕਰਨ ਦੇ ਲਈ ਉਹ ਕਰਜ਼ਾ ਲੈਂਦੇ ਨੇ ਤੇ ਜਦੋਂ ਉਹਨਾਂ ਤੋਂ ਕਰਜ਼ਾ ਨਹੀਂ ਉਤਾਰ ਹੁੰਦਾ ਤਾਂ ਉਹਨਾਂ ਨੂੰ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਤੇ ਕਿਸਾਨਾਂ ਦੀਆਂ ਇਹ ਮੁਸੀਬਤਾਂ ਬਾਰੇ ਸਰਕਾਰਾਂ ਚੰਗੀ ਤਰ੍ਹਾਂ ਜਾਣਦੀਆਂ ਵੀ ਹਨ ਤੇ ਉਹਨਾਂ ਨੇ ਇਸ ਨੂੰ ਹੱਲ ਤਾਂ ਕੀ ਕਰਨਾ ਸੀ, ਸਗੋਂ ਹੁਣ ਕਿਸਾਨਾਂ ਦੀਆਂ ਮੁਸੀਬਤਾਂ ਹੋਰ ਵਧਣ ਵਾਲੀਆਂ ਹਨ ਤੇ ਭਾਰਤ ਦੀ ਸਰਕਾਰ ਨੇ ਹੁਣ ਇੱਕ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਹੈ ਜਿਸ ਨਾਲ ਥੋੜੀ ਬਹੁਤੀ ਬਚੀ ਹੋਈ ਕਿਸਾਨੀ ਵੀ ਖਤਮ ਹੋ ਜਾਵੇਗੀ। ਤੇ ਇਸ ਵੀਡੀਓ ਦੇ ਸ਼ੁਰੂ ਵਿੱਚ ਹੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਇਹ ਕਾਲੇ ਕਾਨੂੰਨ ਦੇ ਬਿਲਕੁਲ ਵਿਰੁੱਧ ਹਾਂ। ਅੱਜ ਭਾਰਤ ਦੀ ਅਰਥ ਵਿਵਸਥਾ ਕਿਹੋ ਜਿਹੀ ਹੈ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਉਹ ਕਿਸਾਨ ਹੀ ਹੈ ਜਿਸ ਦੀ ਵਜ੍ਹਾ ਦੇ ਕਾਰਨ ਅੱਜ ਭਾਰਤ ਦੀ ਅਰਥ ਵਿਵਸਥਾ ਥੋੜੀ ਬਹੁਤੀ ਠੀਕ ਠਾਕ ਹੈ। ਪਰ ਸਰਕਾਰ ਦੇ ਇਸ ਫੈਸਲੇ ਤੋਂ ਲੱਗਦਾ ਹੈ ਕਿ ਇਹ ਦੇਸ਼ ਦਾ ਤੇ ਕਿਸਾਨ ਦਾ ਬੇੜਾ ਚੰਗੀ ਤਰ੍ਹਾਂ ਨਾਲ ਡੋਬ ਕੇ ਹੀ ਹਟਣਗੀਆਂ। ਭਾਰਤ ਦੇ ਵਿੱਚ ਹੁਣ ਇੰਡੀਆ ਦੀ ਸਰਕਾਰ ਨੇ ਕੰਟਰੈਕਟ ਫਾਰਮਿੰਗ ਨੂੰ ਕਾਨੂੰਨ ਬਣਾ ਦਿੱਤਾ ਹੈ, ਜਿਸ ਦਾ ਮਤਲਬ ਇਹ ਹੈ ਕਿ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਉੱਪਰ ਖੇਤੀ ਤਾਂ ਕਰਦਾ ਹੈ ਪਰ ਉਹ ਆਪਣੇ ਲਈ ਨਹੀਂ ਕਿਸੇ ਹੋਰ ਦੇ ਲਈ ਕਰਦਾ ਹੈ। ਪ੍ਰਾਈਵੇਟ ਕੰਪਨੀ ਦੇ ਨਾਲ ਕੰਟਰੈਕਟ ਹੋਣ ਤੋਂ ਬਾਅਦ ਕਿਸਾਨ ਨੂੰ ਆਪਣੀ ਫਸਲ ਦੇ ਉੱਪਰ ਪੈਸਾ ਨਹੀਂ ਖਰਚਣਾ ਪਵੇਗਾ। ਇਸ ਦੇ ਵਿੱਚ ਜਿਹੜੀ ਕੰਪਨੀ ਕਿਸਾਨ ਦੇ ਨਾਲ ਕੰਟਰੈਕਟ ਕਰੇਗੀ ਉਹੀ ਉਸ ਦੀ ਫਸਲ ਦੇ ਉੱਪਰ ਖਰਚਾ ਕਰੇਗੀ ਤੇ ਉਹੀ ਕੰਪਨੀ ਕਿਸਾਨ ਵੱਲੋਂ ਉਗਾਈ ਗਈ ਫਸਲ ਨੂੰ ਇੱਕ ਨਿਸ਼ਚਿਤ ਟਾਈਮ ਤੇ ਤੈਅ ਰੇਟ ਦੇ ਉੱਪਰ ਖਰੀਦੇਗੀ। ਇਹਦੇ ਵਿੱਚ ਰੇਹ ਸਪਰੇਅ ਸਿੰਚਾਈ ਅਤੇ ਮਜ਼ਦੂਰਾਂ ਦੇ ਖਰਚੇ ਸਾਰੇ ਕੰਪਨੀ ਦੇ ਹੋਣਗੇ ਤੇ ਕਿਸਾਨ ਕੰਟਰੈਕਟ ਦੇ ਅਨੁਸਾਰ ਹੀ ਖੇਤੀ ਕਰੇਗਾ। ਫਸਲ ਦਾ ਰੇਟ, ਉਸ ਦੀ ਕੁਆਲਿਟੀ ਤੇ ਫਸਲ ਦੀ ਡਿਲੀਵਰੀ ਦਾ ਟਾਈਮ ਫਸਲ ਬੀਜਣ ਤੋਂ ਪਹਿਲਾਂ ਹੀ ਤੈਅ ਹੋ ਜਾਵੇਗਾ। ਇੱਥੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਭਾਰਤ ਵਿੱਚ ਬੈਠੀਆਂ ਕਿਵੇਂ ਵੱਡੀਆਂ ਕੰਪਨੀਆਂ ਜ਼ਿਮੀਂਦਾਰਾਂ ਤੋਂ ਆਪਣੀਆਂ ਫਸਲਾਂ ਉਗਾਉਣਗੀਆਂ ਤੇ ਆਪਣੇ ਮਨ ਮੁਤਾਬਕ ਆਪਣੇ ਰੇਟਾਂ ਦੇ ਉੱਪਰ ਹੀ ਉਹਨਾਂ ਨੂੰ ਖਰੀਦਣਗੀਆਂ। ਹਾਲਾਂਕਿ ਇੱਥੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੈ, ਪਰ ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋ ਤੇ ਕਿਸਾਨ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਫੈਸਲਾ ਕਿਸੇ ਵੀ ਪਾਸੇ ਤੋਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਇੱਕ ਬਿੱਲ ਲਿਆ ਕੇ ਸਰਕਾਰ ਨੇ ਇਸ ਕੰਟਰੈਕਟ ਫਾਰਮਿੰਗ ਨੂੰ ਕਾਨੂੰਨ ਬਣਾ ਦਿੱਤਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕੰਟਰੈਕਟ ਫਾਰਮਿੰਗ ਦਾ ਇਹ ਸਿਸਟਮ ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਵੀ ਵਰਤਿਆ ਜਾਂਦਾ ਹੈ, ਪਰ ਉੱਥੋਂ ਦਾ ਕਿਸਾਨ ਹਜ਼ਾਰਾਂ ਏਕੜ ਦੇ ਵਿੱਚ ਖੇਤੀ ਕਰਦਾ ਹੈ ਤੇ ਉੱਥੋਂ ਦੀ ਸਰਕਾਰ ਉਹਨਾਂ ਨੂੰ ਸਾਰੀਆਂ ਤਰ੍ਹਾਂ ਦੀਆਂ ਸਬਸਿਡੀਆਂ ਤੇ ਹੋਰ ਸਹੂਲਤਾਂ ਵੀ ਦਿੰਦੀ ਹੈ। ਉੱਥੇ ਹੀ ਭਾਰਤ ਦੇ ਵਿੱਚ 86% ਅਜਿਹੇ ਕਿਸਾਨ ਹਨ ਜਿਹੜੇ ਬਹੁਤ ਹੀ ਛੋਟੀ ਜ਼ਮੀਨ ਦੇ ਉੱਪਰ ਆਪਣੀ ਖੇਤੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ ਤੇ ਇੱਥੇ ਇਹਨਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਵੀ ਨਹੀਂ ਦਿੱਤੀ ਜਾਂਦੀ। ਸਹੂਲਤਾਂ ਦੇ ਨਾਮ ਤੇ ਦਿੱਤਾ ਜਾਂਦਾ ਹੈ ਤਾਂ ਸਿਰਫ MSP, ਉਹ ਵੀ ਇੰਨਾ ਜ਼ਿਆਦਾ ਘੱਟ ਕਿ ਜਿਸ ਦੇ ਨਾਲ ਫਸਲ ਦੀ ਲਾਗਤ ਵੀ ਨਹੀਂ ਨਿਕਲਦੀ। ਮੁਨਾਫਾ ਤਾਂ ਬਹੁਤ ਦੂਰ ਦੀ ਗੱਲ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਭਾਰਤ ਦੇ ਵਿੱਚ ਕਾਫੀ ਸਮਾਂ ਪਹਿਲਾਂ ਤੋਂ ਹੀ ਕਈ ਦੇਸ਼ੀ ਵਿਦੇਸ਼ੀ ਕੰਪਨੀਆਂ ਇੱਥੇ ਕੰਟਰੈਕਟ ਫਾਰਮਿੰਗ ਲਾਗੂ ਕਰਨ ਦੀ ਮੰਗ ਕਰ ਰਹੀਆਂ ਸਨ, ਪਰ ਇਸ ਕਾਨੂੰਨ ਦਾ ਉਸ ਟਾਈਮ ਤੋਂ ਹੀ ਵਿਰੋਧ ਹੁੰਦਾ ਆ ਰਿਹਾ ਸੀ, ਜਿਸ ਦੀ ਵਜ੍ਹਾ ਦੇ ਨਾਲ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਸੀ। ਤੇ ਉੱਥੇ ਅਜਿਹਾ ਕੀ ਹੋਇਆ ਕਿ ਸਰਕਾਰ ਨੂੰ ਕੰਟਰੈਕਟ ਫਾਰਮਿੰਗ ਦੇ ਉੱਪਰ ਕਾਨੂੰਨ ਬਣਾਉਣਾ ਪੈ ਗਿਆ। ਜੇਕਰ ਦੇਖਿਆ ਜਾਵੇ ਤਾਂ ਇਹ ਫੈਸਲਾ ਸਰਕਾਰ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਫੈਸਲਿਆਂ ਤੋਂ ਲੱਗਦਾ ਹੈ ਕਿ ਸਰਕਾਰ ਸਿਰਫ ਕੁਝ ਕੁ ਹੀ ਵੱਡੀਆਂ ਕੰਪਨੀਆਂ ਨੂੰ ਮੁਨਾਫਾ ਕਮਾ ਕੇ ਦੇਣਾ ਚਾਹੁੰਦੀ ਹੈ ਤੇ ਇਹ ਸ਼ੱਕ ਉਸ ਟਾਈਮ ਹੋਰ ਵੀ ਪੱਕਾ ਹੋ ਜਾਂਦਾ ਹੈ ਕਿ ਜਦੋਂ ਇਹ ਕਾਨੂੰਨ ਲਾਗੂ ਹੋਣ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਹੀ ਰਿਲਾਇੰਸ ਕੰਪਨੀ ਕੰਜ਼ਿਊਮਰ ਗੁੱਡਸ ਦੀ ਕੈਟਾਗਰੀ ਦੇ ਵਿੱਚ ਬਿਜ਼ਨਸ ਦੇ ਦੀ ਨਵਾਂ ਵੈਂਚਰ ਜੀਓ ਮਾਰਟ ਸ਼ੁਰੂ ਕਰਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੀਓ ਮਾਰਟ ਤੋਂ ਪਹਿਲਾਂ ਅਡਾਨੀ, ਬਿਲਮਰ, ITC ਅਤੇ ਰਾਮਦੇਵ ਦੀ ਪਤੰਜਲੀ ਕੰਪਨੀ ਤੋਂ ਬਿਨਾਂ ਵੀ ਕਈ ਛੋਟੇ ਵੱਡੇ ਬ੍ਰਾਂਡ ਮਾਰਕੀਟ ਦੇ ਵਿੱਚ ਮੌਜੂਦ ਸਨ, ਪਰ ਸਰਕਾਰ ਵੱਲੋਂ ਕਿਸੇ ਨੂੰ ਵੀ ਥਾਲੀ ਦੇ ਵਿੱਚ ਰੱਖ ਕੇ ਅਜਿਹੀ ਸਹਾਇਤਾ ਕਿਸੇ ਨੂੰ ਨਹੀਂ ਦਿੱਤੀ ਗਈ ਸੀ। ਇਹ ਕੰਪਨੀਆਂ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਪੂਰਾ ਕਰਨ ਦੇ ਲਈ ਸਰਕਾਰੀ ਏਜੰਸੀਆਂ ਦੇ ਜ਼ਰੀਏ ਮਾਰਕੀਟ ਰੇਟਾਂ ਦੇ ਉੱਪਰ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਖਰੀਦਦੀਆਂ ਸਨ, ਪਰ ਹੁਣ ਇਹ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਬਦਲ ਜਾਵੇਗੀ ਤੇ ਇਹ ਕੰਪਨੀਆਂ ਆਪਣੀ ਮਨਮਾਨੀ ਤੇ ਉਤਰ ਆਉਣਗੀਆਂ। ਸਰਕਾਰ ਨੇ ਭਾਵੇਂ ਕੰਟਰੈਕਟ ਫਾਰਮਿੰਗ ਨੂੰ ਕਾਨੂੰਨ ਬਣਾ ਦਿੱਤਾ ਹੈ, ਪਰ ਦੇਸ਼ ਭਰ ਦੀਆਂ ਕਿਸਾਨ ਯੂਨੀਅਨ ਤੇ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਛੋਟੇ ਵੱਡੇ ਵਪਾਰੀ ਤੇ ਕਾਮੇ ਇਸ ਕਾਨੂੰਨ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇੱਥੇ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ 40% ਦਾ ਯੋਗਦਾਨ ਦੇਣ ਵਾਲੇ ਕਿਸਾਨ ਦੇ ਲਈ ਮੁਸੀਬਤਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਇਸ ਦੇ ਨਾਲ ਕਿਸਾਨਾਂ ਨੂੰ ਘਾਟਾ ਤੇ ਵੱਡੀਆਂ ਕੰਪਨੀਆਂ ਦੀ ਚਾਂਦੀ ਹੋਣ ਵਾਲੀ ਹੈ। ਪਰ ਉੱਥੇ ਹੀ ਸਰਕਾਰ ਹਲੇ ਵੀ ਇਹ ਕਾਨੂੰਨ ਨੂੰ ਕਿਸਾਨਾਂ ਦੇ ਹੱਕ ਵਿੱਚ ਲਿਆ ਗਿਆ ਫੈਸਲਾ ਦੱਸਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਕਾਨੂੰਨ ਕਿਸਾਨਾਂ ਦੇ ਪੈਰਾਂ ਦੀਆਂ ਬੇੜੀਆਂ ਬਣ ਸਕਦਾ ਹੈ। ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਜਿਹੜੇ ਲੋਕ ਸਰਕਾਰਾਂ ਨੂੰ ਵੋਟਾਂ ਦੇ ਕੇ ਜਿਤਾਉਂਦੇ ਨੇ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਕਿਸਾਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਦੇ ਹਿਸਾਬ ਦੇ ਨਾਲ ਕਾਨੂੰਨ ਦੇ ਵਿੱਚ ਬਦਲਾਅ ਕਰਦੇ ਤੇ ਉਸ ਤੋਂ ਬਾਅਦ ਇਹ ਕਾਨੂੰਨ ਨੂੰ ਪਾਸ ਕਰਦੇ, ਪਰ ਹੁਣ ਇਹ ਇੱਕ ਤਰਫਾ ਲਿਆ ਗਿਆ ਫੈਸਲਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕਾਨੂੰਨ ਕਿਵੇਂ ਕਿਸਾਨਾਂ ਦੇ ਗਲੇ ਦੀ ਹੱਡੀ ਬਣੇਗਾ ਤੇ ਅੰਬਾਨੀ ਅਡਾਨੀਆਂ ਦੇ ਲਈ ਇਹ ਕਿਵੇਂ ਮੁਨਾਫੇ ਦੀ ਚਾਬੀ ਬਣੇਗਾ। ਤੁਸੀਂ ਜਾਣਦੇ ਹੀ ਹੋਵੋਗੇ ਕਿ ਸੰਸਦ ਦੇ ਵਿੱਚ ਕਿਵੇਂ ਰੌਲੇ ਰੱਪੇ ਦੇ ਵਿੱਚ ਇਹ ਬਿੱਲ ਪਾਸ ਹੋਇਆ ਹੈ। ਇਸ ਕਾਨੂੰਨ ਦੇ ਨਾਲ ਫਾਇਦਾ ਹੋਏਗਾ ਤਾਂ ਸਿਰਫ ਤੇ ਸਿਰਫ ਅੰਬਾਨੀ ਤੇ ਅਡਾਨੀਆਂ ਨੂੰ। ਇਹ ਨਿੱਜੀ ਕੰਪਨੀਆਂ ਦਾ ਦਬਾਅ ਹੀ ਸੀ ਜਿਸ ਦੇ ਕਾਰਨ ਸਰਕਾਰ ਨੇ ਕੰਟਰੈਕਟ ਫਾਰਮਿੰਗ ਨੂੰ ਕਾਨੂੰਨ ਬਣਾ ਦਿੱਤਾ। ਨਹੀਂ ਤਾਂ ਤੁਸੀਂ ਸੋਚੋ ਕਿ ਅਜਿਹੀ ਕੀ ਮਜਬੂਰੀ ਪਈ ਸੀ ਕਿ ਜਿਹੜੀ ਕੰਟਰੈਕਟ ਫਾਰਮਿੰਗ ਵਾਲੀ ਖੇਤੀ ਪਹਿਲਾਂ ਹੀ ਭਾਰਤ ਦੇ ਵਿੱਚ ਫੇਲ ਹੋ ਚੁੱਕੀ ਹੈ, ਉਸ ਨੂੰ ਕਾਨੂੰਨ ਕਿਉਂ ਬਣਾਇਆ ਗਿਆ। ਤੁਸੀਂ ਇਸ ਉਦਾਹਰਨ ਦੇ ਨਾਲ ਸਮਝ ਜਾਵੋਗੇ ਕਿ ਕਿਸ ਤਰ੍ਹਾਂ ਜ਼ਿਮੀਂਦਾਰ ਕੰਟਰੈਕਟ ਫਾਰਮਿੰਗ ਦੇ ਨਾਲ ਬੰਨੇ ਜਾਣਗੇ
ਇਹ ਹੁਣ ਦਾ ਹੀ ਮਾਮਲਾ ਹੈ। ਇੱਕ ਬਹੁਤ ਵੱਡੀ ਕੰਪਨੀ ਹੈ ਪੈਪਸੀਕੋ, ਜਿਹੜੀ ਗੁਜਰਾਤ ਦੇ ਕਿਸਾਨਾਂ ਤੋਂ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਆਲੂ ਖਰੀਦਦੀ ਹੈ। ਹੁਣੇ ਹੀ ਇਹ ਕੰਪਨੀ ਨੇ ਆਲੂ ਦੇ ਕੁਝ ਪ੍ਰਤੀਬੰਧਿਤ ਬੀਜਾਂ ਤੋਂ ਆਲੂ ਉਗਾਉਣ ਦੇ ਕਾਰਨ ਕਿਸਾਨਾਂ ਦੇ ਉੱਪਰ ਕੇਸ ਦਰਜ ਕਰਵਾ ਦਿੱਤਾ ਹੈ ਤੇ ਮੁਕੱਦਮੇ ਦੇ ਵਿੱਚ ਪੈਪਸੀਕੋ ਕੰਪਨੀ ਨੇ ਕਿਸਾਨਾਂ ਤੋਂ 1 ਕਰੋੜ ਰੁਪਇਆ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਵੀ ਇੱਕ ਮਾਮਲਾ ਹੈ। ਜਦੋਂ ਆਈਟੀਸੀ ਕੰਪਨੀ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਕਿਸਾਨਾਂ ਤੋਂ ਕਣਕ ਦੀ ਖਰੀਦ ਕਰਦੀ ਸੀ, ਕਿਸਾਨਾਂ ਨੇ ਕੰਪਨੀ ਦੇ ਉੱਪਰ ਕਈ ਸਾਲਾਂ ਤੱਕ ਉਹਨਾਂ ਦੀ ਫਸਲ ਦੇ ਰੇਟ ਬਹੁਤ ਘੱਟ ਦੇਣ ਦੇ ਦੋਸ਼ ਲਗਾਏ ਹਨ। ਉਸ ਤੋਂ ਬਾਅਦ ਐਮਪੀ ਦੀ ਸਰਕਾਰ ਨੂੰ ਕਿਸਾਨਾਂ ਦੇ ਵਧਦੇ ਹੋਏ ਦਬਾਅ ਦੇ ਕਾਰਨ ਇਸ ਦੇ ਉੱਪਰ ਰੋਕ ਲਗਾਉਣੀ ਪਈ ਸੀ। ਕੁਝ ਹੋਰ ਕਾਰਨ ਵੀ ਹਨ ਜਿਸ ਦੇ ਕਾਰਨ ਕਿਸਾਨ ਕੰਟਰੈਕਟ ਫਾਰਮਿੰਗ ਤੋਂ ਦੂਰ ਭੱਜ ਰਹੇ ਹਨ। ਇਸ ਦੇ ਵਿੱਚ ਕਈ ਕਾਨੂੰਨੀ ਅੜਚਨਾਂ ਵੀ ਹਨ। ਮੰਨ ਲਓ ਤੁਹਾਡਾ ਕੰਟਰੈਕਟ ਫਾਰਮਿੰਗ ਕਰਨ ਵਾਲੀ ਕੰਪਨੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਪੈਂਦਾ ਹੈ, ਪਰ ਇਸ ਦੇ ਵਿੱਚ ਜ਼ਿਮੀਂਦਾਰ ਸਿਰਫ ਐਸਡੀਐਮ ਤੱਕ ਹੀ ਜਾ ਸਕਦਾ ਹੈ ਤੇ ਇਸ ਤੋਂ ਪਹਿਲਾਂ ਜ਼ਿਮੀਂਦਾਰ ਅਦਾਲਤ ਤੱਕ ਵੀ ਆਪਣੀ ਪਹੁੰਚ ਕਰ ਸਕਦਾ ਸੀ। ਪਰ ਇਸ ਕਾਨੂੰਨ ਦੇ ਨਾਲ ਜ਼ਿਮੀਂਦਾਰ ਦੀ ਪਹੁੰਚ ਸਿਰਫ ਐਸਡੀਐਮ ਤੱਕ ਹੀ ਰਹਿ ਜਾਵੇਗੀ। ਦੇਖਿਆ ਜਾਵੇ ਤਾਂ ਪੂਰੇ ਤਰੀਕੇ ਨਾਲ ਇਹ ਕਾਨੂੰਨ ਕਿਸਾਨਾਂ ਨੂੰ ਬੰਨਣ ਦਾ ਕੰਮ ਕਰੇਗਾ ਤੇ ਪ੍ਰਾਈਵੇਟ ਕੰਪਨੀਆਂ ਨੂੰ ਪੂਰੀ ਖੁੱਲ੍ਹ ਮਿਲ ਜਾਵੇਗੀ। ਭਾਰਤ ਦੇ ਵਿੱਚ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀ ਦੇ ਵਿੱਚ ਵੇਚਦਾ ਹੈ, ਜਿਸ ਦੇ ਵਿੱਚ ਉਸ ਨੂੰ ਐਮਐਸਪੀ ਮਿਲਦਾ ਹੈ, ਜਾਣੀ ਕਿ ਘੱਟ ਤੋਂ ਘੱਟ ਫਸਲ ਦਾ ਖਰੀਦ ਮੁੱਲ ਤੈਅ ਹੁੰਦਾ ਹੈ। ਪਰ ਜਦੋਂ ਕੰਟਰੈਕਟ ਫਾਰਮਿੰਗ ਕਾਨੂੰਨ ਬਣ ਜਾਂਦਾ ਹੈ ਤਾਂ ਇਸ ਦੇ ਬਾਅਦ ਮੰਡੀਆਂ ਖਤਮ ਹੋ ਜਾਣਗੀਆਂ ਤੇ ਐਮਐਸਪੀ ਵੀ ਖਤਮ ਹੋ ਜਾਵੇਗੀ। ਤੁਸੀਂ ਜਾਣਦੇ ਹੀ ਹੋਵੋਗੇ ਕਿ ਭਾਰਤ ਦੀ ਸਰਕਾਰ ਪਿਛਲੇ ਸਮੇਂ ਦੇ ਵਿੱਚ ਕੁਝ ਅਜਿਹੇ ਫੈਸਲੇ ਲੈ ਚੁੱਕੀ ਹੈ ਜਿਹੜੇ ਕਿਸੇ ਵੀ ਪਾਸੇ ਤੋਂ ਆਮ ਆਦਮੀ ਦੇ ਹੱਕ ਵਿੱਚ ਨਹੀਂ ਸਨ। ਉੱਥੇ ਹੀ ਜੇਕਰ ਕਿਸਾਨਾਂ ਬਾਰੇ ਗੱਲ ਕੀਤੀ ਜਾਵੇ, ਜਿਹੜੇ ਕਿਸਾਨਾਂ ਬਾਰੇ ਫੈਸਲੇ ਹਨ, ਜੇਕਰ ਉਹ ਏਸੀ ਕਮਰਿਆਂ ਦੇ ਵਿੱਚ ਬਹਿਣ ਦੀ ਬਜਾਏ ਕਿਸਾਨਾਂ ਤੋਂ ਪੁੱਛ ਕੇ ਲਏ ਜਾਂਦੇ ਤਾਂ ਕਾਫੀ ਵਧੀਆ ਹੁੰਦਾ। ਐਮਐਸਪੀ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਸਿਰਫ 23 ਫਸਲਾਂ ਦੇ ਉੱਪਰ ਹੀ ਐਮਐਸਪੀ ਹੈ। ਜੇਕਰ ਇਸ ਕਾਨੂੰਨ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਲਈ ਵੀ ਐਮਐਸਪੀ ਤੈਅ ਹੁੰਦੀ ਤਾਂ ਸ਼ਾਇਦ ਕਿਸਾਨਾਂ ਨੂੰ ਇਸ ਦੇ ਨਾਲ ਥੋੜਾ ਬਹੁਤਾ ਫਾਇਦਾ ਮਿਲਦਾ ਵੀ। ਤੇ ਇੱਥੇ ਕਿਸਾਨ ਚਾਹ ਰਿਹਾ ਹੈ ਕਿ ਉਹਨਾਂ ਦਾ ਮੰਡੀ ਸਿਸਟਮ ਖਤਮ ਨਾ ਹੋਵੇ ਤੇ ਉਹਨਾਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਇਹ ਕਾਨੂੰਨ ਆਉਣ ਤੋਂ ਬਾਅਦ ਮੰਡੀ ਸਿਸਟਮ ਖਤਮ ਹੋ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ 1 ਸਾਲ ਤਾਂ ਪ੍ਰਾਈਵੇਟ ਕੰਪਨੀਆਂ ਚੰਗੇ ਰੇਟ ਤੇ ਉਹਨਾਂ ਦੀ ਫਸਲ ਖਰੀਦਣਗੀਆਂ ਤੇ ਉਸ ਤੋਂ ਬਾਅਦ ਜਦੋਂ ਮੰਡੀਆਂ ਬੰਦ ਹੋ ਜਾਣਗੀਆਂ ਤਾਂ ਪ੍ਰਾਈਵੇਟ ਕੰਪਨੀਆਂ ਆਪਣੇ ਮਨਮਰਜ਼ੀ ਦੇ ਰੇਟਾਂ ਦੇ ਉੱਪਰ ਉਹਨਾਂ ਦੀ ਫਸਲ ਖਰੀਦਣਗੀਆਂ ਤੇ ਕਿਸਾਨਾਂ ਨੂੰ ਕੰਟਰੈਕਟ ਦੇ ਕਾਰਨ ਉਹੀ ਰੇਟ ਦੇ ਉੱਤੇ ਫਸਲ ਵੇਚਣੀ ਪਵੇਗੀ। ਅਜਿਹਾ ਬਿਹਾਰ ਦੇ ਵਿੱਚ ਵੀ ਹੋਇਆ ਹੈ ਕਿ ਜਿੱਥੇ ਮੰਡੀ ਸਿਸਟਮ ਖਤਮ ਹੋਣ ਤੋਂ ਬਾਅਦ ਕਿਸਾਨਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੋ ਗਈ ਹੈ ਤੇ ਬਿਹਾਰ ਦੇ ਕਿਸਾਨਾਂ ਤੋਂ ਮਨਮਰਜ਼ੀ ਦੇ ਰੇਟਾਂ ਦੇ ਉੱਪਰ ਫਸਲ ਖਰੀਦੀ ਜਾ ਰਹੀ ਹੈ। ਇੱਥੇ ਇਹ ਵੀ ਗੱਲ ਗੌਰ ਕਰਨ ਵਾਲੀ ਹੈ, ਜੇਕਰ ਸਰਕਾਰ ਨੂੰ ਕਿਸਾਨਾਂ ਦੀ ਇੰਨੀ ਜ਼ਿਆਦਾ ਫਿਕਰ ਹੈ ਤਾਂ ਉਹ ਕਿਸਾਨਾਂ ਤੋਂ ਸਿੱਧੀ ਫਸਲ ਲੈ ਕੇ ਆਪ ਕਿਉਂ ਨਹੀਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਦੀ। ਬਿਹਾਰ ਦੇ ਵਿੱਚ 2006 ਦੇ ਵਿੱਚ ਐਮਐਸਪੀ ਨੂੰ ਖਤਮ ਕਰ ਦਿੱਤਾ ਗਿਆ ਸੀ ਤੇ ਇਹੀ ਕੁਝ ਉਹਨਾਂ ਨੂੰ ਕਿਹਾ ਗਿਆ ਸੀ ਜੋ ਅੱਜ ਦੀਆਂ ਸਰਕਾਰਾਂ ਅੱਜ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਕਹਿ ਰਹੀਆਂ ਹਨ ਕਿ ਤੁਹਾਨੂੰ ਫਸਲ ਵੇਚਣ ਦੀ ਆਜ਼ਾਦੀ ਹੋਵੇਗੀ ਤੇ ਕੋਈ ਵੀ ਵਿਚੋਲੀਆ ਨਹੀਂ ਹੋਵੇਗਾ ਤੇ ਤੁਸੀਂ ਹੋਰ ਵੀ ਜ਼ਿਆਦਾ ਖੁਸ਼ਹਾਲ ਹੋਵੋਗੇ। ਜੇਕਰ ਇਹ ਕਾਨੂੰਨ ਇੰਨਾ ਹੀ ਜ਼ਿਆਦਾ ਵਧੀਆ ਸੀ ਤਾਂ ਇਸ ਦੇ ਨਾਲ ਬਿਹਾਰ ਦਾ ਕਿਸਾਨ ਕਿਉਂ ਨਹੀਂ ਅਮੀਰ ਹੋਇਆ? ਕਿਉਂ ਬਿਹਾਰ ਦਾ ਕਿਸਾਨ ਹਰ ਸਾਲ ਆਪਣੀ ਫਸਲ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਵੇਚਦਾ ਹੈ ਜਿੱਥੇ ਐਮਐਸਪੀ ਲਾਗੂ ਹੈ? ਭਾਵੇਂ ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਤੇ ਮੰਡੀਆਂ ਕਦੇ ਵੀ ਖਤਮ ਨਹੀਂ ਹੋਣਗੀਆਂ, ਪਰ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕਿਵੇਂ ਖਤਮ ਹੋਣਗੀਆਂ। ਜੇਕਰ ਵੱਡੇ ਖਰੀਦਦਾਰ ਮੰਡੀਆਂ ਦੇ ਵਿੱਚੋਂ ਸਮਾਨ ਨਹੀਂ ਖਰੀਦਣਗੇ ਤਾਂ ਮੰਡੀਆਂ ਨੂੰ ਟੈਕਸ ਨਹੀਂ ਮਿਲੇਗਾ ਤੇ ਸਰਕਾਰ ਦੀ ਕਮਾਈ ਨਹੀਂ ਹੋਵੇਗੀ ਤੇ ਜਦੋਂ ਕਮਾਈ ਨਹੀਂ ਹੋਵੇਗੀ ਤਾਂ ਮੰਡੀਆਂ ਦਾ ਰੱਖ ਰਖਾਵ ਬੰਦ ਹੋ ਜਾਵੇਗਾ ਤੇ ਪ੍ਰਾਈਵੇਟ ਕੰਪਨੀਆਂ ਇਹੀ ਚਾਹੁੰਦੀਆਂ ਹਨ ਤੇ ਮੰਡੀਆਂ ਦੇ ਖਤਮ ਹੋਣ ਜਾਣ ਦੇ ਨਾਲ ਪ੍ਰਾਈਵੇਟ ਕੰਪਨੀਆਂ ਦੀ ਪਕੜ ਕਿਸਾਨਾਂ ਦੇ ਉੱਪਰ ਹੋਰ ਮਜ਼ਬੂਤ ਹੋ ਜਾਵੇਗੀ ਤੇ ਇਹੀ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਦੇਖਿਆ ਜਾਵੇ ਤਾਂ ਸਾਡਾ ਦੇਸ਼ ਅਮਰੀਕਾ ਨਹੀਂ ਹੈ, ਇਹ ਦੇਸ਼ ਸ਼ੁਰੂ ਤੋਂ ਹੀ ਸੰਘਰਸ਼ ਕਰਦਾ ਆ ਰਿਹਾ ਹੈ। ਭਾਰਤ ਦਾ ਕਿਸਾਨ ਹਜ਼ਾਰਾਂ ਏਕੜ ਦੇ ਵਿੱਚ ਖੇਤੀ ਨਹੀਂ ਕਰਦਾ ਤੇ ਇਹੀ ਕਾਰਨਾਂ ਕਰਕੇ ਭਾਰਤ ਦੇ ਕਿਸਾਨ ਦੇ ਲਈ ਐਮਐਸਪੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਕਿਸਾਨ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ, ਇਹ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚ ਖੇਤੀ ਕਰਦਾ ਹੈ ਤੇ ਫਿਰ ਵੀ ਉਸ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ। ਭਾਰਤ ਦੇ ਵਿੱਚ 86% ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਕੋਲ 2 ਏਕੜ ਤੋਂ ਵੀ ਘੱਟ ਜ਼ਮੀਨ ਹੈ। ਪ੍ਰਾਈਵੇਟ ਕੰਪਨੀਆਂ ਨੂੰ ਖੇਤੀ ਦੇ ਵਿੱਚ ਲੈ ਕੇ ਆਉਣ ਦਾ ਇਹ ਸਿਸਟਮ ਪਹਿਲਾਂ ਹੀ ਅਮਰੀਕਾ ਤੇ ਯੂਰਪ ਦੇ ਵਿੱਚ ਫੇਲ ਹੋ ਚੁੱਕਿਆ ਹੈ ਤੇ ਭਾਰਤ ਦੇ ਵਿੱਚ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਹ ਸਿਸਟਮ ਕਾਮਯਾਬ ਹੋਵੇਗਾ? ਜੇਕਰ ਅਮਰੀਕਾ ਤੇ ਯੂਰਪ ਦੇ ਵਿੱਚ ਇਹ ਸਿਸਟਮ ਕਾਮਯਾਬ ਹੋਇਆ ਹੁੰਦਾ ਤਾਂ ਉੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਕਿਸਾਨਾਂ ਨੂੰ ਇੰਨੀ ਜ਼ਿਆਦਾ ਸਬਸਿਡੀ ਅਤੇ ਇੰਨੀਆਂ ਜ਼ਿਆਦਾ ਸਹੂਲਤਾਂ ਨਾ ਦਿੰਦੀਆਂ। ਇੱਥੋਂ ਇਹੀ ਪਤਾ ਚੱਲਦਾ ਹੈ ਕਿ ਉੱਥੇ ਵੀ ਇਹ ਸਿਸਟਮ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਿਆ ਹੈ ਤੇ ਭਾਰਤ ਦੇ ਵਿੱਚ ਕਿਹੜੀਆਂ ਸਬਸਿਡੀਆਂ ਕਿਸਾਨਾਂ ਨੂੰ ਮਿਲਦੀਆਂ ਹਨ ਇਹ ਤਾਂ ਆਪਾਂ ਚੰਗੀ ਤਰ੍ਹਾਂ ਹੀ ਜਾਣਦੇ ਹਾਂ। ਇੱਥੇ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੀ ਐਮਐਸਪੀ ਹੈ ਕਿਸਾਨਾਂ ਨੂੰ ਉਸ ਤੋਂ ਜ਼ਿਆਦਾ ਪੈਸਾ ਮਿਲੇਗਾ। ਜੇਕਰ ਅਜਿਹਾ ਹੀ ਹੈ ਤਾਂ ਉਹਨਾਂ ਨੇ ਬਿੱਲ ਦੇ ਵਿੱਚ ਇਹ ਗੱਲ ਕਿਉਂ ਨਹੀਂ ਲਿਖੀ ਕਿ ਐਮਐਸਪੀ ਇਸ ਕਾਨੂੰਨ ਤੋਂ ਬਾਅਦ ਵੀ ਲਾਗੂ ਰਹੇਗਾ ਪ੍ਰਾਈਵੇਟ ਕੰਪਨੀਆਂ ਲਈ ਵੀ? ਪਰ ਹੁਣ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੱਗਦਾ ਹੈ ਕਿ ਇਹ ਸਰਕਾਰ ਮੁਨਾਫਾ ਸਿਰਫ ਕੰਪਨੀਆਂ ਨੂੰ ਹੀ ਦੇਣਾ ਚਾਹੁੰਦੀ ਹੈ, ਕਿਸਾਨਾਂ ਨੂੰ ਨਹੀਂ। ਇਹ ਸਨ ਜੀ ਕੁਝ ਕਾਲੇ ਸੱਚ ਇਸ ਕਾਨੂੰਨ ਬਾਰੇ। ਤੁਹਾਡੀ ਇਸ ਕਾਨੂੰਨ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।